ਸਤਿ ਸ਼੍ਰੀ ਅਕਾਲ। ਪੰਜਾਬੀ ਸਕੂਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਕਰਾਂਗੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ 10ਵੀਂ ਜਮਾਤ ਲਈ ਛਾਪੀ ਹੋਈ ਕਿਤਾਬ ਸਾਹਿਤਕ ਰੰਗ ਭਾਗ ਦੂਜਾ ਵਿੱਚੋਂ ਇੱਕ ਪਾਠ। ਇਹ ਪਾਠ ਇੱਕ ਕਹਾਣੀ ਹੈ ਜਿਸ ਦਾ ਸਿਰਲੇਖ ਹੈ ਮੈਂ ਕਿਸੇ ਤੋਂ ਘੱਟ ਨਹੀਂ ਅਤੇ ਇਸ ਦੇ ਲੇਖਕ ਹਨ ਡਾਕਟਰ ਦਰਸ਼ਨ ਸਿੰਘ ਆਸ਼ਟ। ਮੈਂ ਕਿਸੇ ਤੋਂ ਘੱਟ ਨਹੀਂ ਕਹਾਣੀ ਇੱਕ ਰਜਨੀ ਨਾਮ ਦੀ ਕੁੜੀ ਦੀ ਕਹਾਣੀ ਹੈ। ਇਸ ਕਹਾਣੀ ਵਿੱਚੋਂ ਸਾਨੂੰ 3 ਗੱਲਾਂ ਸਿੱਖਣ ਨੂੰ ਮਿਲਣਗੀਆਂ। ਉਹ 3 ਗੱਲਾਂ ਕਿਹੜੀਆਂ ਹਨ? ਆਓ ਕਹਾਣੀ ਨੂੰ ਪੜ੍ਹੀਏ ਅਤੇ ਉਹਨਾਂ 3 ਸਿੱਖਿਆਵਾਂ ਨੂੰ ਲੱਭਣ ਦੀ ਕੋਸ਼ਿਸ਼ ਕਰੀਏ। ਤਾਂ ਮੈਂ ਕਹਾਣੀ ਦਾ ਪਾਠ ਸ਼ੁਰੂ ਕਰਨ ਲੱਗੀ ਹਾਂ। ਨਾਲ ਨਾਲ ਮੈਂ ਤੁਹਾਨੂੰ ਇਸ ਦੇ ਔਖੇ ਸ਼ਬਦਾਂ ਦੇ ਅਰਥ ਦੱਸਾਂਗੀ। ਰਜਨੀ ਦੀ ਉਮਰ ਹੋਵੇਗੀ ਕੋਈ 11-12 ਸਾਲਾਂ ਦੀ। ਪੋਲੀਓ ਦੀ ਬਿਮਾਰੀ ਕਰਕੇ ਉਸ ਦੀਆਂ ਦੋਵੇਂ ਲੱਤਾਂ ਨਕਾਰਾ ਹੋ ਚੁੱਕੀਆਂ ਸਨ। ਨਕਾਰਾ ਦਾ ਮਤਲਬ ਜਿਹੜੀਆਂ ਕੰਮ ਨਾ ਕਰਦੀਆਂ ਹੋਣ, ਬੇਕਾਰ ਹੋ ਚੁੱਕੀਆਂ ਹੋਣ। ਤਾਂ ਰਜਨੀ ਨੂੰ ਬਚਪਨ ਵਿੱਚ ਪੋਲੀਓ ਦੀ ਬਿਮਾਰੀ ਹੋਈ ਸੀ, ਜਿਸ ਕਰਕੇ ਉਸਦੀਆਂ ਦੋਨੋਂ ਲੱਤਾਂ ਕੰਮ ਨਹੀਂ ਕਰਦੀਆਂ ਅਤੇ ਹੁਣ ਉਹ ਵੀਲ ਚੇਅਰ 'ਤੇ ਹੁੰਦੀ ਹੈ। ਪਰ ਉਸ ਵਿੱਚ ਅੱਗੇ ਵਧਣ ਦਾ ਬਹੁਤ ਜਜ਼ਬਾ ਅਤੇ ਉਤਸ਼ਾਹ ਸੀ। ਕਈ ਖੇਡ ਮੁਕਾਬਲਿਆਂ ਵਿੱਚ ਉਸਨੇ ਇਨਾਮ ਜਿੱਤੇ ਸਨ। ਰਜਨੀ ਦੀ ਖਾਸੀਅਤ ਇਹ ਸੀ ਕਿ ਉਹ ਸਕੂਲੋਂ ਕਦੇ ਗੈਰ ਹਾਜ਼ਰ ਨਹੀਂ ਰਹਿੰਦੀ ਸੀ। ਤਾਂ ਇੰਨੀਆਂ ਗੱਲਾਂ ਦੇ ਬਾਵਜੂਦ ਰਜਨੀ ਵਿੱਚ ਬਹੁਤ ਹੀ ਜਜ਼ਬਾ ਮਤਲਬ ਭਾਵਨਾ ਵਲਵਲਾ ਸੀ ਕਿ ਉਹ ਕੁਛ ਨਾ ਕੁਛ ਕਰਦੀ ਰਹਿੰਦੀ ਸੀ ਅਤੇ ਇਨਾਮ ਵੀ ਜਿੱਤਦੀ ਸੀ। ਉਹ ਆਪਣੇ ਪਿੰਡੋਂ ਟਰਾਈਸਾਈਕਲ 'ਤੇ 3 ਕਿਲੋਮੀਟਰ ਦੂਰ ਸ਼ਹਿਰ ਦੇ ਸਕੂਲ ਵਿੱਚ ਪੜ੍ਹਨ ਲਈ ਆਉਂਦੀ ਸੀ। ਟਰਾਈਸਾਈਕਲ ਮਤਲਬ ਵੀਲ ਚੇਅਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨੂੰ ਕਿਹਾ ਗਿਆ ਹੈ। ਕਈ ਵਾਰ ਮੌਸਮ ਖਰਾਬ ਹੋਣ ਕਰਕੇ ਮੰਮੀ ਉਸਨੂੰ ਸਕੂਲੋਂ ਛੁੱਟੀ ਕਰ ਲੈਣ ਲਈ ਆਖਦੀ ਤਾਂ ਰਜਨੀ ਅੱਗੋਂ ਆਖਦੀ, ਮੰਮੀ ਖਰਾਬ ਮੌਸਮ ਦੀ ਮੈਨੂੰ ਕੋਈ ਪਰਵਾਹ ਨਹੀਂ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਸਾਡੇ ਸਕੂਲ ਵਿੱਚ ਸਾਲਾਨਾ ਸਮਾਗਮ ਵਿੱਚ ਹਰੇਕ ਜਮਾਤ ਦੇ ਉਸ ਵਿਦਿਆਰਥੀ ਨੂੰ ਇਨਾਮ ਦਿੱਤਾ ਜਾਂਦਾ ਹੈ ਜਿਸ ਦੀ ਹਾਜ਼ਰੀ ਸਾਰੇ ਸਾਲ ਵਿੱਚ ਦੂਜਿਆਂ ਨਾਲੋਂ ਵੱਧ ਹੁੰਦੀ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੀ ਹਾਜ਼ਰੀ ਕਿਸੇ ਹੋਰ ਨਾਲੋਂ ਘੱਟ ਹੋਵੇ, ਇਸ ਲਈ ਮੈਂ ਸਕੂਲ ਜਾਵਾਂਗੀ। ਥੋੜ੍ਹਾ ਬਹੁਤ ਖਰਾਬ ਮੌਸਮ ਮੇਰਾ ਰਾਹ ਨਹੀਂ ਰੋਕ ਸਕਦਾ। ਤਾਂ ਉਹ ਮੌਸਮ ਚਾਹੇ ਖਰਾਬ ਹੋਵੇ ਫਿਰ ਵੀ ਉਹ ਟਰਾਈਸਾਈਕਲ ਯਾਨੀ ਕਿ 3 ਟਾਇਰਾਂ ਵਾਲਾ ਸਾਈਕਲ ਜਿਹੜਾ ਕਿ ਉਸਦਾ ਇੱਕ ਵੀਲ ਚੇਅਰ ਵਰਗਾ ਬਣਿਆ ਹੋਇਆ ਸੀ, ਉਸ ਉੱਤੇ ਸਕੂਲ ਜਾਂਦੀ ਹੀ ਜਾਂਦੀ ਸੀ। ਇਹ ਸੁਣ ਕੇ ਰਜਨੀ ਦੇ ਪਾਪਾ ਕਹਿੰਦੇ, ਰਜਨੀ ਠੀਕ ਹੀ ਤਾਂ ਕਹਿ ਰਹੀ ਹੈ। ਅੱਗੋਂ ਰਜਨੀ ਮੁਸਕਰਾ ਪੈਂਦੀ ਅਤੇ ਅਲਵਿਦਾ ਆਖ ਟਰਾਈਸਾਈਕਲ 'ਤੇ ਸਕੂਲੇ ਜਾਣ ਲਈ ਰਵਾਨਾ ਹੋ ਜਾਂਦੀ। ਮੀਂਹ ਪੈਣ ਕਾਰਨ ਸਕੂਲ ਦੇ ਆਸ-ਪਾਸ ਘਾਹ ਕਾਫੀ ਵੱਡਾ ਹੋ ਗਿਆ ਸੀ। ਸਕੂਲ ਦਾ ਮਾਲੀ ਮੋਹਨ ਕਈ ਦਿਨਾਂ ਤੋਂ ਬਿਮਾਰ ਸੀ। ਇਸ ਕਰਕੇ ਸਕੂਲ ਵਿੱਚ ਘਾਹ ਕੱਟਣ ਦਾ ਬੰਦੋਬਸਤ ਨਹੀਂ ਸੀ ਹੋ ਸਕਿਆ। ਬੰਦੋਬਸਤ ਮਤਲਬ ਇੰਤਜ਼ਾਮ। ਰਜਨੀ ਦੀ ਜਮਾਤ ਦੇ ਕਮਰੇ ਦੇ ਪਿਛਲੇ ਪਾਸੇ ਵੀ ਕਾਫੀ ਘਾਹ ਹੋ ਗਿਆ ਸੀ। ਕਈ ਵਾਰ ਰਜਨੀ ਦੇ ਇੰਚਾਰਜ ਅਧਿਆਪਕ ਸ਼੍ਰੀ ਮੋਹਨ ਲਾਲ ਜੀ ਆਖ ਚੁੱਕੇ ਸਨ ਕਿ ਵੱਡਾ ਹੋ ਚੁੱਕਿਆ ਘਾਹ ਕਟਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਵਿੱਚ ਕੋਈ ਜ਼ਹਿਰੀਲਾ ਜੀਵ ਵੀ ਤਾਂ ਹੋ ਸਕਦਾ ਹੈ ਅਤੇ ਉਹੀ ਹੋਇਆ ਜਿਸ ਦਾ ਸ਼੍ਰੀ ਮੋਹਨ ਲਾਲ ਜੀ ਨੂੰ ਡਰ ਸੀ। ਇੱਕ ਦਿਨ ਦੀ ਗੱਲ ਹੈ, ਰਜਨੀ ਦੀ ਜਮਾਤ ਦੇ ਸਾਰੇ ਵਿਦਿਆਰਥੀ ਮੈਦਾਨ ਵਿੱਚ ਖੇਡ ਰਹੇ ਸਨ। ਹਿੰਦੀ ਦੇ ਪੀਰੀਅਡ ਦੀ ਘੰਟੀ ਵੱਜੀ ਤਾਂ ਸਾਰੇ ਆਪਣੇ ਕਮਰੇ ਵੱਲ ਦੌੜੇ ਅਤੇ ਆਪਣੇ ਕਮਰੇ ਵਿੱਚ ਆ ਕੇ ਬਹਿਣ ਲੱਗੇ ਮਤਲਬ ਬੈਠਣ ਲੱਗੇ। ਅਧਿਆਪਕ ਜੀ ਦੀ ਉਡੀਕ ਹੋਣ ਲੱਗੀ। ਚਾਣਚੱਕ ਹੀ ਜਮਾਤ ਵਿੱਚ ਪਿੱਛੇ ਬੈਠੇ ਰਾਹੁਲ ਦੀ ਨਜ਼ਰ ਆਪਣੇ ਬੈਂਚ ਦੀ ਇੱਕ ਲੱਤ ਨਾਲ ਲਿਪਟੇ ਹੋਏ ਸੱਪ 'ਤੇ ਪਈ ਤਾਂ ਉਹ ਇੱਕਦਮ ਕਾਬਰ ਗਿਆ। ਚਾਣਚੱਕ ਮਤਲਬ ਅਚਾਨਕ, ਕਾਬਰ ਗਿਆ ਮਤਲਬ ਡਰ ਗਿਆ, ਘਬਰਾ ਗਿਆ, ਕਿਉਂਕਿ ਉਸ 'ਤੇ ਬੈਂਚ ਦੀ ਜੋ ਇੱਕ ਲੱਤ ਹੁੰਦੀ ਹੈ ਉਸ ਨਾਲ ਇੱਕ ਸੱਪ ਨੇ ਲਪੇਟਾ ਮਾਰਿਆ ਹੋਇਆ ਸੀ। ਉਸਨੇ ਰੌਲਾ ਪਾ ਦਿੱਤਾ, ਸੱਪ ਸੱਪ। ਪਲਾਂ ਛਿਨਾਂ ਵਿੱਚ ਹੀ ਜਮਾਤ ਵਿੱਚ ਹਾਹਾਕਾਰ ਮਚ ਗਈ। ਪਲਾਂ ਛਿਨਾਂ ਵਿੱਚ ਮਤਲਬ ਮਿੰਟਾਂ ਸਕਿੰਟਾਂ ਵਿੱਚ ਹੀ। ਹਾਹਾਕਾਰ ਦਾ ਮਤਲਬ ਹੁੰਦਾ ਹੈ ਚੀਕ ਪੁਕਾਰ ਮੱਚਣੀ, ਬੱਚੇ ਰੌਲਾ ਪਾਉਣ ਲੱਗ ਪਏ, ਚੀਕਾਂ ਮਾਰਨ ਲੱਗ ਪਏ। ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੋਏ ਕਮਰੇ ਵਿੱਚੋਂ ਬਾਹਰ ਭੱਜਣ ਲੱਗੇ। ਉਹ ਸੱਪ ਕਮਰੇ ਦੇ ਬਾਹਰ ਉੱਗੇ ਵੱਡੇ ਘਾਹ ਵਿੱਚੋਂ ਕੰਧ 'ਤੇ ਚੜ੍ਹਦਾ ਹੋਇਆ ਬਾਰੀ ਰਾਹੀਂ ਕਮਰੇ ਵਿੱਚ ਆ ਗਿਆ ਸੀ। ਰਜਨੀ ਜਮਾਤ ਦੇ ਵਿਚਕਾਰ ਆਪਣੀ ਸਹੇਲੀ ਪੂਜਾ ਨਾਲ ਬੈਂਚ 'ਤੇ ਬੈਠੀ ਹੋਈ ਸੀ। ਪੂਜਾ ਨੇ ਉਸਨੂੰ ਫਟਾਫਟ ਬਾਹਰ ਨਿਕਲਣ ਲਈ ਆਖਿਆ, ਪਰ ਇੱਕਦਮ ਬਾਹਰ ਨਿਕਲਣਾ ਉਸ ਲਈ ਔਖਾ ਸੀ ਕਿਉਂਕਿ ਉਹ ਤਾਂ ਵੀਲ ਚੇਅਰ 'ਤੇ ਹੁੰਦੀ ਸੀ ਤਾਂ ਉਹ ਇੱਕਦਮ ਭੱਜ ਕੇ ਕਲਾਸ ਤੋਂ ਬਾਹਰ ਨਹੀਂ ਨਿਕਲ ਸਕਦੀ ਸੀ। ਰਜਨੀ ਨੇ ਵੇਖਿਆ ਸੱਪ 3 ਫੁੱਟ ਤੋਂ ਵੀ ਕੁਝ ਵੱਡਾ ਸੀ। ਵਿਦਿਆਰਥੀਆਂ ਦੀ ਹਾਲ ਦੁਹਾਈ ਨਾਲ ਸੱਪ ਵੀ ਕਾਬਰ ਗਿਆ।
क्योंकि विद्यार्थियों का रौला चीकां नाल ते उस कमरे विच जिन्नी वाइब्रेशन पैदा हो रही होएगी, वैसे तो सप के कंन नहीं हुंदे पर वो जमीन की वाइब्रेशन नूं सुन सकते हैं। तो जो बच्चों ने चीकां मारियां भज्जे जमात विच तो इन्नी तेज़ वाइब्रेशन हुई होएगी कि सप भी घबरा गया। कमरे का फर्श पक्का सी, इसलिए सप अपने छुपन लई कोई खुड वगैरह लभण इधर उधर दौड़न लगा। छुपन लई मतलब लुकन वास्ते। रजनी ने फौरन दिमाग तो काम लिया। उसने अपना ते पूजा का बैग उल्टा दिता मतलब उल्टा करके खाली कर दिता। दोवें बैग खाली करके थोड़े थोड़े अंतर नाल अपने नेड़े ही फर्श ते सुट दिते। रजनी की व्योंत काम कर गई। ज्यों ही सप फर्श ते पए एक खाली बैग विच जा वड़िया तो रजनी ने फुर्ती नाल बेंच तो उठ के दोहां हत्थां नाल बैग का मूँह बंद कर दिता। सप की पूछ बैग तो थोड़ी जही बाहर दिखाई दे रही सी। तो रजनी ने अपना दिमाग लगाया, बैग खाली किया तो सप नूं उहदे अंदर बंद कर लिया। रजनी बैग छड्ड के बाहर दौड़िया। सप तैनूं डंग लहेगा, बैग छड्ड दे। कमरे के बाहर खड़े पूजा ते होर जमाती चीक चीक के कह रहे सन, पर रजनी ने बैग का मूँह घुट के बंद किया होया सी। तद तक स्कूल का सेवादार प्राणनाथ हत्थ विच सोटी फड़ी कमरे विच आया। जदों उसने रजनी नूं अजिही हालत विच वेख्या तां ओह दंग रह गया। सेवादार मतलब स्कूल विच जिहड़ा सेवा करने लई यानी कि पीएन हुंदा है। ते उसने जदों इस तरह वेख्या रजनी नूं सप नूं काबू कीते होए तां ओह भी दंग मतलब हैरान रह गया। प्राणनाथ बोलिया, कुड़िए खतरा मुल ना लै, ये बैग छड्ड दे, फटाफट कर बेंच ते जा चढ़। मैं इसनूं बैग विच ही मार देंगा। छेती कर, सप तैनूं डंग मार देगा। अंकल जी, सप हुण इस बैग चों बाहर नहीं निकल सकता क्योंकि मैं बड़ी मजबूती नाल घुट के बैग का मूँह बंद किया होया है, रजनी ने उत्तर दिता। सप बैग विचों फुंकारे मार रहा सी, पर रजनी बिल्कुल नहीं सी डर रही। फुंकारे की आवाज़ हुंदी ना सप की जिहड़ी फूं फूं दी, वो आवाज़ आ रही सी, पर रजनी फिर भी डर नहीं रही सी। प्रिंसीपल साहिब, अध्यापक ते कुछ होर कर्मचारी भी झटपट उत्थे आ गए। झटपट मतलब फटाफट। चौकीदार ने आख्या, इसनूं जल्दी मार दिओ। एक गल सुनदिया सारी रजनी बोली, ना ना अंकल जी, इसनूं ना मारना प्लीज़। ये मेरी पकड़ विचों बाहर नहीं आ सकता ते ना ही हुण ये किसी का नुकसान कर सकता है। इसनूं चिड़िया घर वालियां नूं दिता जावे तां बड़ा चंगा होवेगा। वाह रजनी, तू तां सियाणियां वालियां गल्लां कर रही है, प्रिंसीपल साहिब ने आख्या। सियाणियां वालियां गल्लां मतलब जिवें वड्डे लोग सियाणे लोग गल्लां करदे आ, तू उस तरह दी गल्लां कर रही है। प्राणनाथ ने रजनी कोलों बड़ी सावधानी नाल बैग फड़ लिया ते फिर उस बैग का मूँह घुट के रस्सी नाल बंध दिता। साइंस वाले अध्यापक बोले, रजनी ठीक कह रही है सर, इसनूं चिड़ियाघर विच भिजवाया जावे। प्राणनाथ ते एक होर आदमी सप नूं चिड़ियाघर विच सौंपण लई चले गए। चिड़ियाघर दे वड्डे अफसर नूं जदों सारी गल दा पता लग्या तां ओह आखण लगा, मैं ये जाण के हैरान हाँ कि इस सप नूं एक अजिही बहादुर लड़की ने काबू किया है जिहड़ी पोलियो की शिकार है। दूजी वड्डी गल यह है कि उसके मन विच जीव जंतुओं प्रति बहुत स्नेह है। वो जानती है कि सप साडा दुश्मन नहीं, सगों एक खतरा महसूस करन वेले ही व्यक्ति नूं अपने बचाव वास्ते डंग मारदा है। आम लोगों नूं इस गल का नहीं पता कि इसके जहर तो कई लाभदायक दवाइयां बनदियां ने। तो चिड़ियाघर का जो मैनेजर हुंदा, जिहड़ा सब तो वड्डा अफसर हुंदा है, वो भी रजनी की बहादुरी की कहानी सुन के बहुत प्रभावित हुंदा है। स्कूल का सालाना समारोह होया। रजनी नूं बहादुरी का इनाम देण लई चिड़ियाघर के मुख अफसर खुद स्कूल आए ते सारिआं नूं संबोधन करदे आखण लगे, ये बहादुर लड़की साडे सारिआं वास्ते एक मिसाल है। मिसाल मतलब उदाहरण, एक चंगी उदाहरण, जो अपनी सरीरिक अपंगता के बावजूद भी किसी कोलों घट नहीं। मैं अपने वालों इसका नाम राष्ट्रपति अवार्ड लई भेजण की सिफारिश करांगा क्योंकि इसने अपनी हाज़र दिमागी नाल ना केवल अपने जमातियां नूं खतरे तो बचाया, सगों बड़ी बहादुरी नाल सप काबू करके साडे तक पहुँचाउण विच मदद की है। तां रजनी की बहादुरी की वो तारीफ कर रहे हैं। इनाम लैण उपरंत जदों रजनी अपनियां सहेलियां नूं मिल रही सी तां कुछ सहेलियां कह रही सन, रजनी, जिहड़ा काम असीं नहीं कर सकियां
ਉਹ ਤੋਂ ਇਕੱਲੀ ਨੇ ਕਰ ਦਿਖਾਇਆ, ਸਾਨੂੰ ਤੇਰੇ ਤੇ ਮਾਣ ਹੈ। ਰਜਨੀ ਬੋਲੀ, ਦ੍ਰਿੜ ਨਿਸ਼ਚਾ ਹੋਵੇ ਤਾਂ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ। ਦ੍ਰਿੜ ਨਿਸ਼ਚਾ ਮਤਲਬ ਪੱਕਾ ਇਰਾਦਾ ਹੋਵੇ। ਰਜਨੀ ਨੇ ਵੇਖਿਆ ਉਸਦੇ ਕੁਝ ਜਮਾਤੀ ਤਾੜੀਆਂ ਵਜਾਉਂਦੇ ਹੋਏ ਆਖ ਰਹੇ ਨੇ, ਰਜਨੀ ਜ਼ਿੰਦਾਬਾਦ, ਰਜਨੀ ਜ਼ਿੰਦਾਬਾਦ। ਇੰਨੇ ਨੂੰ ਆਪਣੇ ਜਮਾਤੀਆਂ ਵਿੱਚ ਘੇਰੀ ਰਜਨੀ ਕੋਲ ਉਸਦੇ ਮੰਮੀ ਪਾਪਾ ਆਏ। ਉਹਨਾਂ ਨੇ ਆ ਕੇ ਰਜਨੀ ਨੂੰ ਗਲਵੱਕੜੀ ਵਿੱਚ ਲੈ ਲਿਆ। ਗਲਵੱਕੜੀ ਹੁੰਦਾ ਜੱਫੀ ਪਾਉਣਾ, ਕਲਾਵੇ ਵਿੱਚ ਲੈਣਾ। ਰਜਨੀ ਨੂੰ ਜਾਪਿਆ ਜਿਵੇਂ ਉਸਦੀਆਂ ਬੇਜਾਨ ਲੱਤਾਂ ਵਿੱਚ ਜਾਨ ਆ ਗਈ ਹੋਵੇ ਤੇ ਉਸਦੀ ਤਾਕਤ ਵੀ ਦੁੱਗਣੀ ਹੋ ਗਈ ਹੋਵੇ। ਤਾਂ ਰਜਨੀ ਨੂੰ ਇਸ ਸਾਰੇ ਗੱਲ ਤੋਂ ਇੰਨਾ ਹੌਸਲਾ ਮਿਲਿਆ ਕਿਉਂਕਿ ਉਸਦੀ ਬਹਾਦਰੀ ਨੂੰ ਸਾਰਿਆਂ ਨੇ ਸਨਮਾਨ ਦਿੱਤਾ। ਤਾਂ ਮੈਂ ਤੁਹਾਨੂੰ ਕਹਾਣੀ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਸਾਨੂੰ ਇਸ ਕਹਾਣੀ ਵਿੱਚ 3 ਗੱਲਾਂ ਸਿੱਖਣ ਨੂੰ ਮਿਲਣਗੀਆਂ। ਕੀ ਤੁਸੀਂ ਹੁਣ ਮੈਨੂੰ ਦੱਸ ਸਕਦੇ ਹੋ ਕਿ ਉਹ ਕਿਹੜੀਆਂ-ਕਿਹੜੀਆਂ 3 ਗੱਲਾਂ ਹਨ? ਸ਼ਾਬਾਸ਼। ਤਾਂ ਇਸ ਕਹਾਣੀ ਤੋਂ ਸਾਨੂੰ ਸਭ ਤੋਂ ਪਹਿਲਾਂ ਇਹ ਸਿੱਖਣ ਨੂੰ ਮਿਲ ਰਿਹਾ ਹੈ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ। ਦੂਸਰੀ ਚੀਜ਼ ਸਾਨੂੰ ਜੋ ਸਿੱਖਣ ਨੂੰ ਮਿਲ ਰਹੀ ਹੈ ਉਹ ਇਹ ਹੈ ਕਿ ਕਿਸੇ ਨੂੰ ਬਹਾਦਰੀ ਦਿਖਾਉਣ ਲਈ ਸਰੀਰਕ ਤੌਰ 'ਤੇ ਬਹੁਤ ਤਾਕਤਵਰ ਹੋਣਾ ਜ਼ਰੂਰੀ ਨਹੀਂ ਹੈ। ਰਜਨੀ ਦੀਆਂ ਲੱਤਾਂ ਕਮਜ਼ੋਰ ਸਨ, ਉਹਨਾਂ ਨੂੰ ਪੋਲੀਓ ਹੋਇਆ ਸੀ, ਪਰ ਫਿਰ ਵੀ ਉਹ ਦਿਮਾਗੀ ਤੌਰ 'ਤੇ ਬਹੁਤ ਹੀ ਤੇਜ਼ ਅਤੇ ਹੌਸਲੇ ਨਾਲ ਭਰੀ ਹੋਈ ਸੀ, ਜਿਸ ਕਰਕੇ ਉਸਨੇ ਇੰਨੀ ਵੱਡੀ ਮੁਸੀਬਤ ਵਿੱਚ ਜਦੋਂ ਉਸਦੀ ਕਲਾਸ ਦੇ ਬਾਕੀ ਸਾਰੇ ਵਿਦਿਆਰਥੀ ਡਰ ਗਏ, ਭੱਜਣ ਲੱਗ ਗਏ, ਉਹ ਨਹੀਂ ਡਰੀ, ਬਲਕਿ ਉਸਨੇ ਬਹੁਤ ਹੀ ਬਹਾਦਰੀ ਨਾਲ ਉਸ ਮੁਸੀਬਤ ਤੋਂ ਆਪਣੇ ਆਪ ਨੂੰ ਵੀ ਬਚਾਇਆ, ਆਪਣੇ ਨਾਲ ਦੇ ਵਿਦਿਆਰਥੀਆਂ ਨੂੰ ਵੀ ਬਚਾਇਆ ਤੇ ਉਸ ਸੱਪ ਨੂੰ ਵੀ ਬਚਾਇਆ। ਤਾਂ ਸੱਪ ਨੂੰ ਬਚਾਉਣਾ ਹੀ ਇਸ ਕਹਾਣੀ ਦੀ ਤੀਸਰੀ ਸਿੱਖਿਆ ਹੈ ਕਿ ਸਾਨੂੰ ਜੀਵ ਜੰਤੂਆਂ ਲਈ ਸਨੇਹ ਤੇ ਹਮਦਰਦੀ ਰੱਖਣੀ ਚਾਹੀਦੀ ਹੈ। ਸਾਰੇ ਜੀਵ ਜੰਤੂ ਜਿਹੜੇ ਦੇਖਣ ਵਿੱਚ ਖਤਰਨਾਕ ਵੀ ਹੁੰਦੇ ਹਨ, ਉਹ ਜ਼ਰੂਰੀ ਨਹੀਂ ਕਿ ਸਾਨੂੰ ਨੁਕਸਾਨ ਹੀ ਪਹੁੰਚਾਉਣਾ ਚਾਹੁੰਦੇ ਹਨ, ਉਹ ਸਿਰਫ ਆਪਣੇ ਆਪ ਨੂੰ ਬਚਾਉਣਾ ਚਾਹ ਰਹੇ ਹੁੰਦੇ ਹਨ। ਤਾਂ ਸਾਨੂੰ ਜੀਵ ਜੰਤੂਆਂ ਪ੍ਰਤੀ ਸਨੇਹ ਰੱਖਣਾ ਚਾਹੀਦਾ ਹੈ, ਉਹਨਾਂ ਤੋਂ ਇੱਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਜੇ ਸਾਡਾ ਉਹਨਾਂ ਨਾਲ ਸਾਹਮਣਾ ਹੋ ਵੀ ਜਾਵੇ ਤਾਂ ਉਹਨਾਂ ਨੂੰ ਮਾਰਨ ਦੀ ਬਜਾਏ ਉਹਨਾਂ ਨੂੰ ਕਿਸੇ ਤਰੀਕੇ ਸੁਰੱਖਿਅਤ ਉਹਨਾਂ ਦੇ ਰਹਿਣ ਸਥਾਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਇਹ 3 ਚੀਜ਼ਾਂ ਅਸੀਂ ਇਸ ਕਹਾਣੀ ਤੋਂ ਸਿੱਖੀਆਂ ਹਨ। ਇਹ ਤਾਂ ਸੀ ਕਹਾਣੀ ਮੈਂ ਕਿਸੇ ਤੋਂ ਘੱਟ ਨਹੀਂ। ਹੁਣ ਅਸੀਂ ਇਸ ਕਹਾਣੀ ਦਾ ਅਭਿਆਸ ਹੱਲ ਕਰਾਂਗੇ। ਅਭਿਆਸ ਵਿੱਚ ਸਭ ਤੋਂ ਪਹਿਲਾਂ ਪ੍ਰਸ਼ਨ ਉੱਤਰ ਹਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, ਰਜਨੀ ਨੂੰ ਕਿਹੜੀ ਬਿਮਾਰੀ ਸੀ? ਤਾਂ ਇਸ ਦਾ ਉੱਤਰ ਹੈ, ਰਜਨੀ ਨੂੰ ਪੋਲੀਓ ਦੀ ਬਿਮਾਰੀ ਸੀ। ਦੂਸਰਾ ਪ੍ਰਸ਼ਨ ਹੈ, ਰਜਨੀ ਸਕੂਲ ਜਾਣ ਲਈ ਕਿਸ ਦੀ ਪਰਵਾਹ ਨਹੀਂ ਕਰਦੀ ਸੀ? ਇਸ ਦਾ ਉੱਤਰ ਹੈ, ਰਜਨੀ ਸਕੂਲ ਜਾਣ ਲਈ ਖਰਾਬ ਮੌਸਮ ਦੀ ਵੀ ਪਰਵਾਹ ਨਹੀਂ ਕਰਦੀ ਸੀ। ਅਗਲਾ ਪ੍ਰਸ਼ਨ ਹੈ, ਸੱਪ ਜਮਾਤ ਦੇ ਕਮਰੇ ਵਿੱਚ ਕਿਵੇਂ ਦਾਖਲ ਹੋਇਆ ਸੀ? ਤਾਂ ਇਸ ਦਾ ਉੱਤਰ ਹੈ, ਸੱਪ ਕਮਰੇ ਦੇ ਬਾਹਰ ਉੱਗੇ ਵੱਡੇ ਘਾਹ ਵਿੱਚੋਂ ਕੰਧ 'ਤੇ ਚੜ੍ਹਦਾ ਹੋਇਆ ਬਾਰੀ ਰਾਹੀਂ ਕਮਰੇ ਵਿੱਚ ਆ ਗਿਆ ਸੀ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਸਭ ਤੋਂ ਪਹਿਲਾਂ ਸੱਪ ਨੂੰ ਕਿਸ ਨੇ ਵੇਖਿਆ? ਤਾਂ ਇਸ ਦਾ ਉੱਤਰ ਹੈ, ਸਭ ਤੋਂ ਪਹਿਲਾਂ ਸੱਪ ਨੂੰ ਰਾਹੁਲ ਨੇ ਦੇਖਿਆ। ਅਗਲਾ ਪ੍ਰਸ਼ਨ ਹੈ, ਅਧਿਆਪਕ ਮੋਹਨ ਲਾਲ ਨੂੰ ਕਿਸ ਦਾ ਡਰ ਸੀ? ਤਾਂ ਇਸ ਦਾ ਉੱਤਰ ਹੈ, ਅਧਿਆਪਕ ਮੋਹਨ ਲਾਲ ਨੂੰ ਇਹ ਡਰ ਸੀ ਕਿ ਵੱਡੇ ਹੋਏ ਘਾਹ ਵਿੱਚ ਕੋਈ ਜ਼ਹਿਰੀਲਾ ਜੀਵ ਹੋ ਸਕਦਾ ਹੈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਸੱਪ ਕੀ ਲੱਭਣ ਵਾਸਤੇ ਇੱਧਰ ਉੱਧਰ ਦੌੜ ਰਿਹਾ ਸੀ? ਤਾਂ ਇਸ ਦਾ ਉੱਤਰ ਹੈ, ਸੱਪ ਲੁਕਣ ਵਾਸਤੇ ਕੋਈ ਖੁੱਡ ਲੱਭਣ ਲਈ ਇੱਧਰ ਉੱਧਰ ਦੌੜ ਰਿਹਾ ਸੀ। ਪ੍ਰਸ਼ਨ ਹੈ, ਰਜਨੀ ਨੇ ਸੱਪ ਨੂੰ ਕਿੱਥੇ ਭੇਜਣ ਦੀ ਬੇਨਤੀ ਕੀਤੀ ਸੀ? ਤਾਂ ਇਸ ਦਾ ਉੱਤਰ ਹੈ, ਰਜਨੀ ਨੇ ਸੱਪ ਨੂੰ ਚਿੜੀਆ ਘਰ ਭੇਜਣ ਦੀ ਬੇਨਤੀ ਕੀਤੀ ਸੀ। ਤੇ ਆਖਰੀ ਪ੍ਰਸ਼ਨ ਹੈ, ਚਿੜੀਆ ਘਰ ਦੇ ਅਫਸਰ ਨੇ ਰਜਨੀ ਦੇ ਨਾਂ ਦੀ ਕਿਸ ਕੋਲ ਸਿਫਾਰਿਸ਼ ਕਰਨ ਦੀ ਗੱਲ ਕਹੀ ਸੀ? ਤਾਂ ਇਸ ਦਾ ਉੱਤਰ ਹੈ, ਚਿੜੀਆ ਘਰ ਦੇ ਅਫਸਰ ਨੇ ਰਜਨੀ ਦੇ ਨਾਂ ਦੀ ਰਾਸ਼ਟਰਪਤੀ ਅਵਾਰਡ ਲਈ ਸਿਫਾਰਿਸ਼ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਅੱਗੇ ਹੈ, ਆਓ ਕੁਝ ਹੋਰ ਕਰੀਏ, ਜਿਸ ਵਿੱਚ ਕਿ ਮੌਲਿਕ ਕਦਰਾਂ ਕੀਮਤਾਂ 'ਤੇ ਆਧਾਰਿਤ ਪ੍ਰਸ਼ਨ ਉੱਤਰ ਹਨ, ਜਿਨ੍ਹਾਂ ਦਾ ਜਵਾਬ ਤੁਸੀਂ ਆਪਣੀ ਖੁਦ ਦੀ ਸੋਚ ਦੇ ਅਨੁਸਾਰ ਦੇਣਾ ਹੈ। ਜਿਵੇਂ ਕਿ ਇਸ ਵਿੱਚ ਪਹਿਲਾ ਪ੍ਰਸ਼ਨ ਹੈ, ਕਹਾਣੀ ਦੀ ਪਾਤਰ ਰਜਨੀ ਦੇ ਕਿਰਦਾਰ ਦਾ ਤੁਹਾਡੇ ਉੱਪਰ ਕੀ ਅਸਰ ਹੋਇਆ? ਵਿਸਥਾਰ ਵਿੱਚ ਲਿਖੋ। ਤਾਂ ਤੁਸੀਂ ਦੱਸਣਾ ਹੈ ਕਿ ਕਹਾਣੀ ਦੀ ਪਾਤਰ ਰਜਨੀ ਤੋਂ ਤੁਸੀਂ ਕੀ ਸਿੱਖਿਆ। ਤਾਂ ਇਸ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਨੇ ਕਿ ਇਸ ਕਹਾਣੀ ਤੋਂ ਸਾਨੂੰ 3 ਚੀਜ਼ਾਂ ਸਿੱਖਣ ਲਈ ਮਿਲਦੀਆਂ ਹਨ, ਉਹ ਵੀ ਲਿਖ ਸਕਦੇ ਹੋ। ਜੇ ਉਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਚੀਜ਼ ਚੰਗੀ ਲੱਗੀ, ਤੁਸੀਂ ਕੁਝ ਸਿੱਖਿਆ, ਤਾਂ ਤੁਸੀਂ ਉਹ ਲਿਖ ਸਕਦੇ ਹੋ।
ਜਿਵੇਂ ਕਿ ਰਜਨੀ ਖਰਾਬ ਮੌਸਮ 'ਤੇ ਵੀ ਸਕੂਲ ਤੋਂ ਛੁੱਟੀ ਨਹੀਂ ਕਰਦੀ ਸੀ। ਇਹ ਵੀ ਚੀਜ਼ ਇੱਕ ਬਹੁਤ ਵੱਡੀ ਸਿੱਖਿਆ ਉਸ ਤੋਂ ਹੋ ਸਕਦੀ ਹੈ। ਅਗਲਾ ਪ੍ਰਸ਼ਨ ਹੈ ਕਿ ਤੁਸੀਂ ਅਜਿਹੇ ਕਿਸੇ ਹੋਰ ਵਿਅਕਤੀ ਨੂੰ ਜਾਣਦੇ ਹੋ ਜੋ ਅਪਾਹਜ ਹੋਣ ਦੇ ਬਾਵਜੂਦ ਸਾਹਸੀ ਹੋਵੇ। ਉਦਾਹਰਨਾਂ ਸਹਿਤ ਉਸਦੇ ਗੁਣਾਂ ਦਾ ਵਿਆਖਿਆਨ ਕਰੋ। ਤਾਂ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚੋਂ ਕਿਸੇ ਇਹੋ ਜਿਹੇ ਆਦਮੀ ਦਾ ਜ਼ਿਕਰ ਕਰਨਾ, ਇਹੋ ਜਿਹੇ ਆਦਮੀ ਬਾਰੇ ਦੱਸਣਾ ਹੈ ਜਿਸ ਦੇ ਕਿ ਸਰੀਰ ਦਾ ਕੋਈ ਨਾ ਕੋਈ ਅੰਗ ਕੰਮ ਨਹੀਂ ਕਰਦਾ, ਅਪਾਹਜ ਹੈ, ਪਰ ਫਿਰ ਵੀ ਉਹ ਬਹੁਤ ਬਹਾਦਰ ਸਾਹਸੀ ਹੈ। ਤੁਸੀਂ ਉਹਦੇ ਬਾਰੇ, ਉਸਦੇ ਗੁਣਾਂ ਬਾਰੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਲਿਖਣਾ ਹੈ। ਅਗਲਾ ਪ੍ਰਸ਼ਨ ਹੈ, ਜੇਕਰ ਰਜਨੀ ਦੀ ਥਾਂ ਤੁਸੀਂ ਸੰਕਟ ਵਿੱਚ ਫਸ ਜਾਂਦੇ ਤਾਂ ਕੀ ਕਰਦੇ? ਆਪਣੇ ਭਾਵ ਵਿਅਕਤ ਕਰੋ। ਤਾਂ ਅਗਲੇ ਪ੍ਰਸ਼ਨ ਵਿੱਚ ਤੁਹਾਨੂੰ ਪੁੱਛਿਆ ਗਿਆ ਕਿ ਜੇ ਤੁਸੀਂ ਰਜਨੀ ਦੀ ਥਾਂ ਹੁੰਦੇ ਤਾਂ ਤੁਸੀਂ ਕੀ ਕਰਦੇ? ਉਹ ਤੁਸੀਂ ਲਿਖਣਾ ਹੈ ਇਸ ਦੇ ਉੱਤਰ ਵਿੱਚ। ਉਸ ਤੋਂ ਅਗਲਾ ਪ੍ਰਸ਼ਨ ਹੈ, ਕੀ ਤੁਸੀਂ ਸਮਝਦੇ ਹੋ ਕਿ ਵਾਤਾਵਰਣ ਪ੍ਰਤੀ ਸਾਵਧਾਨੀ ਦੀ ਘਾਟ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ? ਇਹਨਾਂ ਤੋਂ ਬਚਣ ਲਈ ਆਪਣੇ ਸੁਝਾਅ ਪੇਸ਼ ਕਰੋ। ਵੀ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਲੋਕਾਂ ਦੀ ਹੀ ਕੁਝ ਗਲਤੀਆਂ ਹੁੰਦੀਆਂ ਨੇ ਜਿਸ ਕਰਕੇ ਇਸ ਤਰ੍ਹਾਂ ਜਿਹੜੇ ਨੇ ਜੰਗਲੀ ਜੀਵ ਜਾਂ ਜੰਗਲੀ ਜੀਵ ਜੰਤੂ ਉਹਨਾਂ ਦਾ ਸਾਡੇ ਨਾਲ ਸਾਹਮਣਾ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਇਸ ਕਹਾਣੀ ਵਿੱਚ ਅਸੀਂ ਦੇਖਿਆ ਕਿ ਜੇ ਉਹ ਘਾਹ ਸਮੇਂ ਸਿਰ ਕੱਟਿਆ ਗਿਆ ਹੁੰਦਾ ਤਾਂ ਉੱਥੇ ਉਹ ਜਿਹੜਾ ਸੱਪ ਸੀ ਕਲਾਸ ਵਿੱਚ ਨਾ ਆਉਂਦਾ। ਤਾਂ ਕਿਤੇ ਨਾ ਕਿਤੇ ਜੋ ਸਾਡੀਆਂ ਗਲਤੀਆਂ ਨੇ ਉਹਨਾਂ ਦੀ ਵੀ ਇਸ ਵਿੱਚ ਜ਼ਿਕਰ ਤੁਸੀਂ ਕਰਨਾ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਪਾਠ ਵਿੱਚੋਂ ਸਮਾਸੀ ਸ਼ਬਦ ਚੁਣ ਕੇ ਉਹਨਾਂ ਦੀ ਸੂਚੀ ਬਣਾਓ। ਤਾਂ ਸਮਾਸੀ ਸ਼ਬਦ ਜਿਵੇਂ ਕਿ ਅਸੀਂ ਵਿਆਕਰਨ ਵਾਲੀ ਵੀਡੀਓ ਵਿੱਚ ਕਰ ਚੁੱਕੇ ਹਾਂ ਕਿ ਸਮਾਸੀ ਸ਼ਬਦ ਉਹ ਹੁੰਦੇ ਨੇ ਜਿਹੜੇ ਇੱਕ ਜਾਂ ਇੱਕ ਤੋਂ ਵੱਧ ਸ਼ਬਦਾਂ ਦੇ ਜੋੜ ਤੋਂ ਬਣੇ ਹੁੰਦੇ ਨੇ, ਪਰ ਉਹਨਾਂ ਵਿੱਚ ਸੰਬੰਧਕ ਜਾਂ ਯੋਜਕ ਦੀ ਥਾਂ 'ਤੇ ਇੱਕ ਜੋੜਨੀ ਦਾ ਨਿਸ਼ਾਨ ਲੱਗਾ ਹੁੰਦਾ ਹੈ। ਤਾਂ ਅਸੀਂ ਉਹ ਸਮਾਸੀ ਸ਼ਬਦ ਕੀ ਹੁੰਦੇ ਨੇ ਉਸ ਵੀਡੀਓ ਦਾ ਲਿੰਕ ਵੀ ਕਮੈਂਟਸ ਵਿੱਚ ਸ਼ੇਅਰ ਕਰ ਦੇਵਾਂਗੇ ਅਤੇ ਤੁਸੀਂ ਇਸ ਪਾਠ ਵਿੱਚੋਂ ਸਮਾਸੀ ਸ਼ਬਦ ਲੱਭਣੇ ਹਨ। ਜਿਵੇਂ ਕਿ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਇਸ ਪਾਠ ਵਿੱਚ ਬਿਲਕੁਲ ਆਖਰੀ ਲਾਈਨ ਦੇਖੋ ਟਿੱਪਣੀ ਦੀ, ਜਿਸ ਵਿੱਚ ਇੱਕ ਸ਼ਬਦ ਹੈ ਮਾਨ, ਜੋੜਨੀ ਦਾ ਨਿਸ਼ਾਨ ਤੇ ਸਨਮਾਨ। ਇਹ ਇੱਕ ਸਮਾਸੀ ਸ਼ਬਦ ਹੈ। ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਸ਼ਬਦ ਇਸ ਪਾਠ ਵਿੱਚੋਂ ਲੱਭ ਸਕਦੇ ਹੋ। ਅਗਲਾ ਪ੍ਰਸ਼ਨ ਹੈ, ਪਾਠ ਵਿੱਚੋਂ ਮੁਹਾਵਰੇ ਲੱਭ ਕੇ ਵਾਕਾਂ ਵਿੱਚ ਬਦਲੋ। ਤੁਸੀਂ ਇਸ ਪਾਠ ਵਿੱਚੋਂ ਮੁਹਾਵਰੇ ਲੱਭਣੇ ਹਨ। ਮੈਂ ਤੁਹਾਡੀ ਕੁਝ ਮਦਦ ਕਰ ਦਿੰਦੀ ਹਾਂ। ਇਸ ਪਾਠ ਵਿੱਚ ਮੁਹਾਵਰੇ ਹਨ ਜਿਸ ਤਰ੍ਹਾਂ ਕਿ ਪਲਾਂ ਛਿਨਾਂ ਵਿੱਚ, ਜਿਸ ਦਾ ਭਾਵ ਹੋਏਗਾ ਬਹੁਤ ਜਲਦੀ, ਹਾਹਾਕਾਰ ਮਚਣਾ, ਹਾਲ ਦੁਹਾਈ ਪੈਣਾ, ਇੱਧਰ ਉੱਧਰ ਦੌੜਨਾ, ਦੰਗ ਰਹਿ ਜਾਣਾ, ਹਾਜ਼ਰ ਦਿਮਾਗੀ, ਦ੍ਰਿੜ ਨਿਸ਼ਚੈ। ਇਸ ਤਰ੍ਹਾਂ ਤੁਸੀਂ ਹੋਰ ਵੀ ਮੁਹਾਵਰੇ ਇਸ ਪਾਠ ਵਿੱਚੋਂ ਲੱਭ ਸਕਦੇ ਹੋ ਅਤੇ ਉਹਨਾਂ ਦੇ ਵਾਕ ਬਣਾਓਗੇ। ਅਗਲਾ ਪ੍ਰਸ਼ਨ ਹੈ, ਹੇਠ ਲਿਖੇ ਵਾਕਾਂ ਵਿੱਚੋਂ ਨਾਂਵ ਚੁਣ ਕੇ ਉਹਨਾਂ ਦੀ ਕਿਸਮ ਦੱਸੋ। ਤਾਂ ਪਹਿਲਾ ਵਾਕ ਹੈ, ਅਧਿਆਪਕ ਨੇ ਘਾਹ ਕੱਟਣ ਲਈ ਕਿਹਾ। ਇਸ ਵਿੱਚ ਅਧਿਆਪਕ ਜੋ ਹੈ ਉਹ ਆਮ ਨਾਮ ਹੈ ਅਤੇ ਘਾਹ ਉਹ ਵੀ ਆਮ ਨਾਮ ਹੈ। ਅਗਲਾ ਵਾਕ ਹੈ, ਰਜਨੀ ਇੱਕ ਬਹਾਦਰ ਲੜਕੀ ਹੈ। ਇਸ ਵਿੱਚ ਰਜਨੀ ਖਾਸ ਨਾਮ ਹੈ ਅਤੇ ਲੜਕੀ ਆਮ ਨਾਮ ਹੈ। ਉਸ ਤੋਂ ਅੱਗੇ ਹੈ, ਪ੍ਰਿੰਸੀਪਲ ਜਮਾਤ ਵਿੱਚ ਆਇਆ। ਇਸ ਵਿੱਚ ਪ੍ਰਿੰਸੀਪਲ ਆਮ ਨਾਮ ਹੈ ਅਤੇ ਜਮਾਤ ਇਕੱਠਵਾਚਕ ਨਾਮ। ਅਗਲਾ ਵਾਕ ਹੈ, ਰਜਨੀ ਪੋਲੀਓ ਦੀ ਬਿਮਾਰੀ ਦੀ ਸ਼ਿਕਾਰ ਹੈ। ਰਜਨੀ ਖਾਸ ਨਾਮ, ਪੋਲੀਓ ਆਮ ਨਾਮ। ਅਤੇ ਆਖਰੀ ਵਾਕ ਹੈ, ਸੱਪ ਜਮਾਤ ਵਿੱਚ ਦੌੜ ਰਿਹਾ ਸੀ। ਸੱਪ ਆਮ ਨਾਮ ਅਤੇ ਜਮਾਤ ਇਕੱਠਵਾਚਕ ਨਾਮ। ਤਾਂ ਇਹ ਸੀ ਸਾਡਾ ਪਾਠ ਮੈਂ ਕਿਸੇ ਤੋਂ ਘੱਟ ਨਹੀਂ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੋਵੇਗਾ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜਲਦੀ ਹੀ ਅਸੀਂ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਪੰਜਾਬੀ ਸਕੂਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਰਮਨਦੀਪ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।